पिछले शुक्रवार ਆਪਾਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਤੇ ਗੱਲਬਾਤ ਕਰ ਰਹੇ ਸਾਂ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਉਹ ਗੁਰੂ ਬਣ ਕੇ ਖਡੂਰ ਸਾਹਿਬ ਪਹੁੰਚੇ, ਕੁਝ ਸਮਾਂ ਸੇਵਾ ਕਰਦਿਆਂ ਬੀਤਿਆ। ਉਹਨਾਂ ਦੀ ਹਜ਼ੂਰੀ ਵਿੱਚ ਇੱਕ ਸਿੱਖ ਆਇਆ ਜਿਸ ਦਾ ਨਾਮ ਸੀ ਭਾਈ ਧੀਂਗਾ ਜੀ। ਆਪਾਂ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਕੁਝ ਸਿੱਖਣ ਲਈ ਆਉਂਦੇ ਹਾਂ। ਆਪਣੇ ਕੁਝ ਸਵਾਲ ਹੁੰਦੇ ਨੇ ਸਾਡੇ ਮਨਾਂ ਵਿੱਚ, ਉਹ ਗੁਰੂ ਜੀ ਨੂੰ ਪੁੱਛਣ ਲਈ ਆਉਂਦੇ ਹਾਂ, ਜਾਂ ਇਸ ਤਰ੍ਹਾਂ ਮਨ ਵਿੱਚ ਭਾਵਨਾ ਰੱਖਦੇ ਹਾਂ ਕਿ ਜਿਹੜੀ ਗੱਲ ਸਾਡੇ ਮਨ ਵਿੱਚ ਸ਼ਾਇਦ ਗੁਰਬਾਣੀ ਦੇ ਕੀਰਤਨ ਰਾਹੀਂ, ਕਥਾ ਰਾਹੀਂ ਉਹ ਸਾਡੀ ਸਮਝ ਵਿੱਚ ਪੈ ਜਾਏਗੀ, ਔਰ ਜ਼ਿਆਦਾਤਰ ਪੈ ਜਾਂਦੀ ਹੈ ਜੇ ਆਪਾਂ ਧਿਆਨ ਨਾਲ ਕੀਰਤਨ ਸੁਣੀਏ, ਕਥਾ ਸੁਣੀਏ, ਗੁਰਬਾਣੀ ਦਾ ਪਾਠ ਸੁਣੀਏ। ਸਾਡੇ ਸਾਰਿਆਂ ਸ਼ੰਕਿਆਂ ਦੇ ਸਮਾਧਾਨ ਜਿਹੜੇ ਨੇ ਉਹ ਗੁਰੂ ਕੀ ਬਾਣੀ ਵਿੱਚੋਂ ਹੋ ਜਾਂਦੇ ਨੇ। ਉਸ ਸਿੱਖ ਨੇ ਵੀ ਆ ਕੇ ਸਵਾਲ ਹੀ ਕੀਤਾ ਸੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਆਖਣ ਲੱਗੇ, ਸਤਿਗੁਰੂ ਜੀ, ਮੈਂ ਇੱਕ ਗ੍ਰਸਤੀ ਆਦਮੀ ਹਾਂ, ਪਰਿਵਾਰ ਵਿੱਚ ਰਹਿਣਾ, ਘਰੇਲੂ ਕੰਮ ਧੰਦਾ ਕਰਦਾ, ਬੱਚੇ ਹਨ, ਰਿਸ਼ਤੇਦਾਰੀਆਂ ਨੇ, ਤੇ ਵੱਡਾ ਜਿਹਾ ਖਲਜਗਨ ਜਿਹਾ ਮੇਰੇ ਦੁਆਲੇ ਬਣਿਆ ਹੋਇਆ ਹੈ। ਉਹਦੇ ਵਿੱਚ ਮੈਂ ਘਿਰਿਆ ਹੋਇਆ ਚਾਰ ਚੁਫੇਰਿਓਂ। ਤੇ ਸਵਾਲ ਮੇਰਾ ਇਹ ਹੈ ਕਿ ਮੇਰੀ ਇਸ ਜੀਵ ਆਤਮਾ ਦਾ ਭਲਾ ਕਿਵੇਂ ਹੋਏਗਾ ਕਿ ਹਰ ਵਕਤ ਮੈਂ ਇਹਨਾਂ ਝਮੇਲਿਆਂ ਵਿੱਚ ਉਲਝਿਆ ਰਹਿਣਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਆਖਦੇ ਨੇ, ਭਜਨ ਬੰਦਗੀ ਕਰਿਆ ਕਰੋ, ਸਿਮਰਨ ਕਰਿਆ ਕਰੋ, ਉਹ ਸਭ ਕੀਤਾ ਨਹੀਂ ਜਾਂਦਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਸੀ ਕਿ ਤੁਸੀਂ ਸੇਵਾ ਤੇ ਕਰ ਹੀ ਸਕਦੇ ਹੋ, ਜੇ ਸਿਮਰਨ ਨਹੀਂ ਵੀ ਹੁੰਦਾ ਤੇ ਸੇਵਾ ਤੇ ਹੋ ਸਕਦੀ ਏ। ਭਾਈ ਸਾਹਿਬ ਆਖਣ ਲੱਗੇ, ਮਹਾਰਾਜ ਸੇਵਾ ਕਰਨ ਦਾ ਵੀ ਤੇ ਸਮਾਂ ਨਹੀਂ ਮਿਲਦਾ। ਉਹ ਕਹਿਣ ਲੱਗੇ, ਸਤਿਗੁਰੂ ਜੀ, ਕਿ ਤੁਹਾਡੀ ਸੋਚ ਹੈ, ਤੁਸੀਂ ਜਿਹੜਾ ਵੀ ਕਰਮ ਕਰਦੇ ਹੋ, ਆਪਣੇ ਬੱਚਿਆਂ ਲਈ ਕਰਦੇ ਹੋ, ਆਪਣੇ ਬਜ਼ੁਰਗਾਂ ਲਈ ਕਰਦੇ ਹੋ, ਆਪਣੇ ਰਿਸ਼ਤੇਦਾਰਾਂ ਲਈ ਕਰਦੇ ਹੋ, ਉਸ ਨੂੰ ਸੇਵਾ ਸਮਝ ਕੇ ਕਰੋ। ਉਸ ਨੂੰ ਇਸ ਤਰ੍ਹਾਂ ਨਾ ਸਮਝੋ ਕਿ ਮੈਂ ਇਸ ਕੰਮ ਦਾ ਕਰਤਾ ਹਾਂ, ਮੇਰੇ ਤੋਂ ਬਿਨਾਂ ਇਹ ਹੋਣਾ ਨਹੀਂ, ਮੇਰੇ ਤੋਂ ਬਿਨਾਂ ਬੱਚਿਆਂ ਨੂੰ ਰੋਜ਼ੀ ਰੋਟੀ ਨਹੀਂ ਮਿਲਣੀ, ਮੇਰੇ ਤੋਂ ਬਿਨਾਂ ਮੇਰੇ ਰਿਸ਼ਤੇਦਾਰਾਂ ਦਾ ਕੀ ਬਣੇਗਾ। ਇਸ ਸੋਚ ਨੂੰ ਖਤਮ ਕਰੋ ਤੇ ਜੋ ਕੁਝ ਤੁਸੀਂ ਕਰ ਰਹੇ ਹੋ, ਜਿਹਦੇ ਵਿੱਚ ਤੁਸੀਂ ਆਖਿਆ ਕਿ ਮੈਂ ਘਿਰਿਆ ਹੋਇਆ, ਮੈਂ ਫਸਿਆ ਹੋਇਆ, ਉਸ ਹਰ ਕੰਮ ਨੂੰ ਸੇਵਾ ਜਾਣ ਕੇ ਕਰਨਾ ਸ਼ੁਰੂ ਕਰ ਦਿਓ ਜੀ। ਆ ਨੁਕਤਾ ਦਿੱਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਇਕੱਲੇ ਭਾਈ ਧੀਂਗਾ ਜੀ ਨੂੰ ਨਹੀਂ, ਸਾਨੂੰ ਸਾਰਿਆਂ ਨੂੰ। ਤੁਸੀਂ ਜੋ ਵੀ ਕੰਮ ਕਰਦੇ ਹੋ, ਜੌਬ ਵੀ ਕਰਦੇ ਹੋ, ਮੈਂ ਵੀ ਤੇ ਜੌਬ ਹੀ ਕਰਦਾ, ਇਹਨੂੰ ਸੇਵਾ ਸਮਝ ਕੇ ਕਰਨਾ ਹੈ ਕਿ ਇਹ ਜੋ ਕੁਛ ਵੀ ਮੈਂ ਕਰ ਰਿਹਾ, ਇਹ ਮੈਂ ਮਾਨਵਤਾ ਦੀ, ਮਨੁੱਖਤਾ ਦੀ ਸੇਵਾ ਕਰਦਾ। ਗੱਲ ਸਿਰਫ ਇੰਨੀ ਕੁ ਤਬਦੀਲ ਕਰਨੀ ਹੈ, ਜਿੱਥੇ ਅੱਗੇ ਮੈਂ ਕਰਦਾ ਸਾਂ ਤੇ ਇਹਨਾਂ ਦੀ ਕਰਦਾ, ਉੱਥੇ ਹੁਣ ਇਹ ਆਖਣਾ ਮੈਂ ਨਹੀਂ ਕਰਦਾ ਤੇ ਪਰਮਾਤਮਾ ਕਰਾਉਂਦਾ ਹੈ, ਤੇ ਪਰਮਾਤਮਾ ਦੇ ਜੀਵਾਂ ਦੀ ਪਰਮਾਤਮਾ ਆਪ ਹੀ ਸੇਵਾ ਕਰਾਉਂਦਾ ਹੈ। ਬਸ ਜਿੱਦਣ ਇੰਨੀ ਕੁ ਗੱਲ ਸਮਝ ਪੈ ਗਈ, ਫਿਰ ਇਹ ਸੇਵਾ ਦੇ ਨਾਲ ਸਿਮਰਨ ਆਪਣੇ ਆਪ ਸ਼ੁਰੂ ਹੋ ਜਾਣਾ ਹੈ। ਕਿਉਂਕਿ ਜਦੋਂ ਅਸੀਂ ਸੋਚਣਾ ਹੀ ਇਸ ਤਰ੍ਹਾਂ ਸ਼ੁਰੂ ਕਰ ਲਿਆ ਕਿ ਜਿਹਦੀ ਮੈਂ ਸੇਵਾ ਕਰਦਾ ਉਹਦੇ ਵਿੱਚ ਤੇ ਪਰਮਾਤਮਾ ਹੈ ਤੇ ਮੈਂ ਉਹਦੀ ਸੇਵਾ ਕਰਦਾ,
ਹੋਰ ਫਿਰ ਸਿਮਰਨ ਕਿਹੜਾ ਬਾਕੀ ਰਹਿ ਜਾਏਗਾ। ਇਹ ਦੋ ਚੀਜ਼ਾਂ, ਸੇਵਾ ਤੇ ਸਿਮਰਨ, ਅਸੀਂ ਜਿੱਥੇ ਹਾਂ, ਜਿਹੋ ਜਿਹੇ ਹਾਂ, ਉਸੇ ਹੀ ਢੰਗ ਨਾਲ, ਉਸੇ ਹੀ ਰੂਪ ਵਿੱਚ ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਹੋ ਸਕਦੀਆਂ ਨੇ। ਮਹਾਂਪੁਰਸ਼ਾਂ ਦਾ ਵਿਚਾਰ ਹੈ ਕਿ ਸੇਵਾ ਸਿਮਰਨ ਦੋਏ ਪੰਖ ਪਛਾਣੋ, ਗੁਰਮੁਖ ਗੁਰਸਿੱਖ ਪੰਛੀ ਜਾਣੋ। ਇਹ ਸੇਵਾ ਤੇ ਸਿਮਰਨ ਦੋ ਗੁਰਮੁਖਾਂ ਦੇ ਮਾਨੋ ਪੰਖ ਨੇ, ਜਿਨ੍ਹਾਂ ਪੰਖਾਂ ਦੇ ਰਾਹੀਂ ਉੱਡ ਕੇ ਗੁਰਮੁਖ ਨੇ ਇਸ ਭਵ ਸਾਗਰ ਤੋਂ ਪਾਰ ਲੰਘ ਜਾਣਾ, ਇਸ ਨੂੰ ਪਾਰ ਕਰ ਜਾਣਾ। ਸੋ ਇਹ ਬਚਨ ਸਾਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਮਝਾਏ ਨੇ। ਆਪਾਂ ਅੱਜ ਤੋਂ ਜੋ ਕੁਝ ਵੀ ਕਰਦੇ ਹਾਂ, ਭਾਵੇਂ ਆਪਣੇ ਬੱਚਿਆਂ ਲਈ ਕਰਦੇ ਹਾਂ, ਬਜ਼ੁਰਗਾਂ ਲਈ ਕਰਦੇ ਹਾਂ, ਜਾਂ ਆਪਣੀ ਜੌਬ ਤੇ ਜੋ ਵੀ ਕਰਦੇ ਹਾਂ, ਉਸ ਨੂੰ ਕੰਮ ਜਾਣ ਕੇ ਨਹੀਂ ਕਰਨਾ, ਉਸ ਨੂੰ ਸੇਵਾ ਸਮਝ ਕੇ ਕਰਨਾ ਹੈ। ਬਸ ਫਿਰ ਹੋਰ ਕੁਝ ਵੀ ਉਚੇਚਾ ਸਾਨੂੰ ਕਰਨ ਦੀ ਲੋੜ ਨਹੀਂ ਰਹਿ ਜਾਣੀ। ਹਰ ਚੀਜ਼ ਨੂੰ ਬੜੀ ਨੇਕ ਨੀਅਤੀ ਨਾਲ, ਬੜੀ ਇਮਾਨਦਾਰੀ ਨਾਲ, ਜਿਹਦੇ ਤੋਂ ਪੈਸੇ ਲੈਨੇ ਆ, ਜਿੰਨੇ ਲੈਨੇ ਆ, ਉਸ ਤੋਂ ਵੱਧ ਕੰਮ ਕਰਕੇ ਦਈਏ ਉਹਨੂੰ, ਤੇ ਸਾਡੀ ਇਹ ਸੇਵਾ ਹੋ ਜਾਏਗੀ। ਇਹ ਸੇਵਾ ਕਰਦੇ ਕਰਦੇ ਫਿਰ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਵਿੱਚ ਆਪਾਂ ਨੂੰ ਸਮਝਾਇਆ ਹੈ, ਹਰਿ ਜੂ ਰਾਖ ਲਿਹੋ ਪਤ ਮੇਰੀ। ਬਸ ਇਹ ਸੇਵਾ ਤੇ ਸਿਮਰਨ ਕਰਦਿਆਂ ਕਰਦਿਆਂ ਉਹਦੇ ਅੱਗੇ ਅਰਦਾਸ ਕਰਨੀ ਹੈ ਕਿ ਹੇ ਪਰਮ ਪਿਤਾ ਪਰਮਾਤਮਾ, ਮੇਰੀ ਇੱਜ਼ਤ ਰੱਖ ਲਵੋ। ਮੇਰੀ ਇੱਜ਼ਤ ਜਿਵੇਂ ਤੁਸੀਂ ਸੰਸਾਰ ਵਿੱਚ ਬਣਾਈ ਏ, ਇਹ ਵੀ ਬਣੀ ਰਵੇ, ਤੇ ਜਦੋਂ ਮੈਂ ਇਸ ਸੰਸਾਰ ਨੂੰ ਛੱਡਾਂ, ਇਹਨੂੰ ਤਿਆਗਾਂ ਤੁਹਾਡੇ ਹੁਕਮ ਵਿੱਚ, ਤੇ ਮੈਂ ਆਪਣੀ ਇੱਜ਼ਤ ਪੱਤ ਨਾਲ ਆਪਣੇ ਸੱਚੇ ਘਰ ਵਿੱਚ ਪਹੁੰਚ ਜਾਵਾਂ, ਆਪਣੇ ਨਿੱਜ ਘਰ ਵਿੱਚ ਪਹੁੰਚ ਜਾਵਾਂ। ਇਹ ਅਰਦਾਸ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਦੇ ਸ਼ਬਦ ਵਿੱਚ ਸਮਝਾਉਂਦੇ ਨੇ। ਹਰਿ ਜੂ ਰਾਖ ਲਿਹੋ ਪਤ ਮੇਰੀ। ਹੇ ਪਰਮਾਤਮਾ, ਜੂ ਦਾ ਮਤਲਬ ਹੈ ਜੀ, ਸਤਿਕਾਰ ਬੋਧਕ ਸ਼ਬਦ ਹੈ। ਹੇ ਵਾਹਿਗੁਰੂ ਜੀ, ਹੇ ਪਰਮਾਤਮਾ ਜੀ, ਮੇਰੀ ਪੱਤ ਰੱਖ ਲੈਣਾ, ਮੇਰੀ ਇੱਜ਼ਤ ਰੱਖ ਲਵੋ। ਜਮ ਕੋ ਤਰਾਸ ਭਇਓ ਉਰ ਅੰਤਰ। ਤਰਾਸ ਦਾ ਮਤਲਬ ਹੈ ਜੀ ਡਰ, ਉਰ ਅੰਤਰ ਮੈਨਾ ਮੇਰੇ ਅੰਦਰ, ਮੇਰੇ ਹਿਰਦੇ ਵਿੱਚ, ਮੇਰੇ ਹਿਰਦੇ ਵਿੱਚ, ਮੇਰੇ ਅੰਤःਕਰਨ ਵਿੱਚ ਇੱਕ ਡਰ ਬਣਿਆ ਹੋਇਆ ਹੈ। ਉਹ ਡਰ ਕੀ ਹੈ? ਜਮ ਕੋ ਤਰਾਸ। ਉਹ ਮਰਨ ਦਾ ਡਰ ਹੈ, ਉਹ ਮੌਤ ਦਾ ਡਰ ਹੈ, ਉਹ ਜਮ ਦਾ ਡਰ ਹੈ। ਵੈਸੇ ਜਿਹੜੇ ਅਸੀਂ ਦੁਨਿਆਵੀ ਲੋਕ ਹਾਂ, ਉਹਨਾਂ ਨੂੰ ਨਾ ਸਿਮਰਨ ਦੀ ਸੋਝੀ ਏ, ਨਾ ਸੇਵਾ ਦੀ ਸਮਝ ਏ, ਹੰਕਾਰ ਮਨ ਵਿੱਚ ਇੰਨਾ ਏ, ਉਹਨਾਂ ਨੂੰ ਮੌਤ ਵੀ ਭੁੱਲੀ ਹੋਈ ਏ। ਸਿਰਫ ਜੇ ਮੌਤ ਤੇ ਪਰਮਾਤਮਾ ਜੇ ਕਿਸੇ ਨੂੰ ਯਾਦ ਏ, ਤੇ ਉਹਨਾਂ ਲੋਕਾਂ ਨੂੰ ਯਾਦ ਏ ਜਿਹੜੇ ਸਤ ਸੰਗੀ ਨੇ, ਜਿਹੜੇ ਅਧਿਆਤਮ ਮਾਰਗ ਤੇ ਚੱਲਣ ਵਾਲੇ ਨੇ, ਇਸ ਰਾਹ ਦੇ ਪਾਂਧੀ ਨੇ। ਉਹਨਾਂ ਨੂੰ ਸਮਝ ਪੈ ਜਾਂਦੀ ਏ ਕਿ ਇਹ ਜੀਵਨ ਸਦਾ ਲਈ ਨਹੀਂ। ਹੰਕਾਰੀ ਲੋਕ ਇਸ ਤਰ੍ਹਾਂ ਸਮਝਦੇ ਨੇ ਕਿ ਅਸੀਂ ਸਦਾ ਰਹਿਣਾ ਹੈ। ਉਹ ਫਿਰ ਆਪਣੇ ਹੰਕਾਰ ਦੇ ਵਿੱਚ ਸਭ ਕੁਝ ਭੁੱਲ ਜਾਂਦੇ ਨੇ, ਉਹਨਾਂ ਨੂੰ ਮੌਤ ਦਾ ਡਰ ਵੀ ਵਿਸਰ ਜਾਂਦਾ ਹੈ। ਲੇਕਿਨ ਅਧਿਆਤਮਵਾਦੀ ਲੋਕ, ਉਹਨਾਂ ਦੇ ਅੰਦਰ ਉਹਨਾਂ ਨੂੰ ਮੌਤ ਯਾਦ ਰਹਿੰਦੀ। ਮੌਤ ਯਾਦ ਰਹਿਣ ਦਾ ਸਦਕਾ ਉਹਨਾਂ ਨੂੰ ਪਰਮਾਤਮਾ ਚੇਤੇ ਰਹਿੰਦਾ। ਸਾਨੂੰ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਇਹ ਬਚਨ ਸਮਝਾਇਆ, ਤੇ ਸਮਝ ਤੇ ਉਹਨਾਂ ਨੂੰ ਹੀ ਪੈਣੀ ਹੈ ਨਾ ਜਿਹੜੇ ਸਤ ਸੰਗਤ ਵਿੱਚ ਆਉਣਗੇ। ਹੁਣ ਕਬੀਰ ਜੀ ਘਰ ਘਰ ਤੇ ਜਾ ਕੇ ਦੱਸਣੋਂ ਰਹੇ। ਸਤ ਸੰਗਤ ਵਿੱਚ ਤਾਂ ਹੀ ਸਾਨੂੰ ਗੁਰੂ ਮਹਾਰਾਜ ਕਹਿੰਦੇ ਨੇ ਕਿ ਆਇਆ ਕਰੋ। ਸਤ ਸੰਗਤ ਵਿੱਚ ਆਇਆ ਹੀ ਇਹ ਸਮਝ ਪੈਣੀ ਹੈ, ਜਬ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਛ ਨਾ ਬਸਾਹੇਗਾ।
ਜਦੋਂ ਮੌਤ ਆਈ, ਮੌਤ ਨੇ ਕੇਸਾਂ ਤੋਂ ਫੜਿਆ ਤੇ ਜ਼ਮੀਨ ਤੇ ਲਿਟਾ ਲਿਆ। ਤੇਰਾ ਕੋਈ ਚਾਰਾ ਉਹਦੇ ਅੱਗੇ ਨਹੀਂ ਚੱਲੇਗਾ। ਤੇਰੇ ਕੋਲ ਜਿੰਨੀ ਮਰਜ਼ੀ ਮਾਇਆ ਹੋਵੇ, ਜਿੰਨਾ ਮਰਜ਼ੀ ਤੂੰ ਬਲਵਾਨ ਹੋਵੇਂ, ਜਿੰਨੇ ਮਰਜ਼ੀ ਤੇਰੇ ਰਿਸ਼ਤੇਦਾਰ ਹੋਣ, ਵੱਡਾ ਪਰਿਵਾਰ ਹੋਵੇ, ਸਰਕਾਰੇ ਦਰਬਾਰੇ ਤੇਰੀ ਪੁੱਛ ਪ੍ਰਤੀਤ ਹੋਵੇ, ਪਰ ਮੌਤ ਦੇ ਸਾਹਮਣੇ ਸਭ ਕੁਝ ਨਹੀਂ ਚੱਲਣ ਵਾਲਾ। ਉਹਦੇ ਸਾਹਮਣੇ ਤੂੰ ਲਾਚਾਰ ਹੋ ਜਾਏਗਾ ਜਦੋਂ ਉਹਨੇ ਤੈਨੂੰ ਜ਼ਮੀਨ ਤੇ ਲਿਟਾ ਲਿਆ। ਫਰੀਦਾ ਮਲ ਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ। ਦਰਵਾਜ਼ੇ ਕਿਹੜੇ ਨੇ? ਮਕਾਨ ਦੇ ਦਰਵਾਜ਼ੇ ਨਹੀਂ, ਉਹ ਇਹੋ ਹੀ ਦਰਵਾਜ਼ੇ ਨੇ ਜਿਹੜੇ ਅਸੀਂ ਅੱਗੇ ਖੜੇ ਕੀਤੇ ਨੇ, ਵੱਡੇ ਮੋਟੇ ਤਾਕ ਲਗਾਏ ਨੇ। ਮੈਨੂੰ ਡਾਕਟਰ ਬਚਾ ਲਏਗਾ, ਮੇਰੀ ਇੰਸ਼ੋਰੈਂਸ ਬਚਾ ਲਏਗੀ, ਮੇਰੇ ਰਿਸ਼ਤੇਦਾਰ ਬੜੇ ਬਲਵਾਨ ਨੇ, ਉਹ ਬਚਾ ਲੈਣਗੇ, ਮੇਰੇ ਕੋਲ ਬਹੁਤ ਮਾਇਆ ਏ, ਉਹਦੇ ਬਲ ਤੇ ਮੈਂ ਬਚ ਜਾਵਾਂਗਾ। ਇਹ ਦਰਵਾਜ਼ੇ ਅਸੀਂ ਖੜੇ ਕੀਤੇ ਨੇ, ਇਹ ਸਾਰੇ ਉਹਨੇ ਤੋੜ ਦੇਣੇ ਨੇ। ਸੋ ਇਸ ਕਰਕੇ ਅਸੀਂ ਸਤ ਸੰਗਤ ਵਿੱਚ ਆਉਣਾ। ਸਤ ਸੰਗਤ ਵਿੱਚ ਆਇਆ ਸਾਨੂੰ ਇਹ ਸਮਝ ਪੈਂਦੀ ਹੈ ਕਿ ਸਾਡਾ ਅੰਤ ਸਮਾਂ ਆ ਜਾਣਾ ਹੈ, ਉਹ ਟਾਲਿਆ ਵੀ ਨਹੀਂ ਟਲਣਾ। ਉਹ ਤੇ ਰਾਵਣ ਵਰਗਿਆਂ ਦਾ ਆ ਗਿਆ ਜਿਹੜੇ ਕਹਿੰਦੇ ਸੀ ਕਿ ਮੈਂ ਕਾਲ ਦੇ ਉੱਤੇ ਫਤਿਹ ਹਾਸਲ ਕਰ ਲਈਏ, ਜਿੱਤ ਹਾਸਲ ਕਰ ਲਈਏ। ਉਹਦਾ ਵੀ ਸਮਾਂ ਆ ਗਿਆ, ਆਖਰ ਉਹਨੂੰ ਵੀ ਸੰਸਾਰ ਤੋਂ ਜਾਣਾ ਪੈ ਗਿਆ। ਜਮ ਕੋ ਤਰਾਸ ਭਇਓ ਉਹਰੇ ਅੰਤਰ। ਬਸ ਆਏ ਜੀ ਅਰਦਾਸ ਰੱਬ ਅੱਗੇ ਕਿ ਮੇਰੀ ਇੱਜ਼ਤ ਰੱਖ ਲੈਣਾ। ਜਦੋਂ ਮੇਰਾ ਉਹ ਵਕਤ ਆਵੇ ਤੇ ਤੁਸੀਂ ਮੈਨੂੰ ਸਹਾਰਾ ਦੇਣਾ। ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਹ ਕਿਰਪਾ ਦੇ ਖਜ਼ਾਨੇ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੇਰੇ ਤੋਂ ਬਿਨਾ ਹੋਰ ਕੋਈ ਉਸ ਤੋਂ ਬਚਾਉਣ ਵਾਲਾ ਨਹੀਂ, ਉਸ ਜਮਾਂ ਦੇ ਭੈ ਤੋਂ ਰੱਖਣ ਵਾਲਾ ਹੋਰ ਕੋਈ ਨਹੀਂ ਇਸ ਦੁਨੀਆ ਦੇ ਅੰਦਰ। ਕੇਵਲ ਤੇ ਕੇਵਲ ਇੱਕ ਤੂੰ ਏ ਜਿਸ ਨੂੰ ਗੁਰੂ ਜੀ ਨੇ ਅਕਾਲ ਆਖਿਆ ਹੈ। ਮੌਤ ਦਾ ਜਮਾਂ ਦਾ ਅਰਥ ਹੁੰਦਾ ਹੈ ਜੀ ਕਾਲ, ਤੇ ਪਰਮਾਤਮਾ ਹੈ ਅਕਾਲ। ਅਸੀਂ ਸਾਰੇ ਸਮੇਂ ਵਿੱਚ ਹਾਂ, ਸਮੇਂ ਨਾਲ ਸਾਡਾ ਜਨਮ ਹੋਇਆ, ਸਮੇਂ ਨਾਲ ਅਸੀਂ ਵੱਡੇ ਹੋਏ, ਸਮੇਂ ਨਾਲ ਅਸੀਂ ਅੱਜ ਇੱਥੇ ਬੈਠੇ ਹਾਂ। ਇੱਕ ਸਮਾਂ ਆਉਣਾ ਜਦੋਂ ਆਪਾਂ ਨਹੀਂ ਹੋਵਾਂਗੇ। ਅਸੀਂ ਸਾਰੇ ਕਾਲ ਦੇ ਵਿੱਚ ਹਾਂ, ਕਾਲ ਦੇ ਬਣਾਏ ਹੋਏ ਹਾਂ। ਕਾਲ ਨੇ ਸਾਨੂੰ ਖਾ ਜਾਣਾ, ਲੇਕਿਨ ਇੱਕੋ ਇੱਕ ਹਸਤੀ ਹੈ ਜਿਹੜੀ ਅਕਾਲ ਹੈ। ਜੇ ਅਸੀਂ ਅਕਾਲ ਨਾਲ ਜੁੜ ਜਾਈਏ, ਜੇ ਅਸੀਂ ਅਕਾਲ ਵਿੱਚ ਆਪਣੇ ਆਪ ਨੂੰ ਲੀਨ ਕਰ ਦਈਏ, ਤੇ ਫਿਰ ਕਾਲ ਸਾਨੂੰ ਕੁਝ ਨਹੀਂ ਕਹਿ ਪਾਏਗਾ। ਇਸ ਲਈ ਅਸੀਂ ਉਸ ਮਾਲਕ ਦੀ ਸ਼ਰਨ ਵਿੱਚ ਆਉਣਾ, ਉਹਦੀ ਹਜ਼ੂਰੀ ਨੂੰ ਹਰ ਵਕਤ ਯਾਦ ਰੱਖਣਾ ਕਿ ਮੇਰਾ ਜੀਵਨ ਉਹਦੇ ਹੀ ਸਹਾਰੇ ਹੈ, ਤੇ ਉਹਦੇ ਅੱਗੇ ਫਿਰ ਇਸ ਤਰ੍ਹਾਂ ਅਰਦਾਸ ਕਰਦੇ ਰਹਿਣਾ। ਦੂਜੇ ਬੰਦ ਵਿੱਚ ਗੁਰੂ ਜੀ ਨੇ ਆਪਣੇ ਆਪੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਅਸਲ ਵਿੱਚ ਇਹ ਸਾਡੇ ਆਪਣੇ ਲਈ ਹੈ, ਸਾਡੇ ਆਪਣੇ ਆਪੇ ਲਈ ਹੈ। ਗੁਰੂ ਜੀ ਤੇ ਉਹਦੇ ਵਿੱਚ ਲੀਨ ਹੋ ਗਏ ਸਨ। ਗੁਰੂ ਕੋਈ ਬਣਦਾ ਹੀ ਉਦੋਂ ਹੈ ਜਦੋਂ ਉਹਦੇ ਵਿੱਚ ਸਮਾ ਜਾਏ, ਉਸ ਤੋਂ ਪਹਿਲਾਂ ਕੋਈ ਗੁਰੂ ਨਹੀਂ ਹੁੰਦਾ। ਗੁਰੂ ਜੀ ਆਖਦੇ ਮਹਾਪਤਿਤ। ਪਤਿਤ ਦਾ ਮਤਲਬ ਹੁੰਦਾ ਹੈ ਜੀ ਆਚਰਨ ਤੋਂ ਡਿੱਗਿਆ ਹੋਇਆ ਮਨੁੱਖ, ਝੂਠ ਬੋਲਣ ਵਾਲਾ, ਠੱਗੀ ਕਰਨ ਵਾਲਾ, ਦੁਰਾਚਾਰੀ, ਮਾੜਿਆਂ ਵਿਚਾਰਾਂ ਵਾਲਾ, ਉਸ ਨੂੰ ਪਤਿਤ ਆਖਦੇ ਨੇ। ਤੇ ਪਤਿਤ ਵੀ ਮਹਾਪਤਿਤ। ਮੁਗਧ ਮੂਰਖ, ਮੂਰਖ ਹੀ ਨਹੀਂ ਮੂਰਖ। ਲੋਭੀ, ਲੋਭੀ ਹੀ ਨਹੀਂ ਮਹਾਲੋਭੀ। ਇਹ ਮੇਰੀਆਂ ਕੁਆਲਿਟੀਜ਼ ਨੇ, ਮੇਰੇ ਗੁਣ ਨੇ। ਮੈਂ ਆਚਰਨ ਤੋਂ ਡਿੱਗਿਆ ਹੋਇਆ ਹਾਂ, ਮੈਂ ਮੂਰਖ ਹਾਂ, ਮੈਂ ਲੋਭ ਵਿੱਚ ਗਰਸਿਆ ਹੋਇਆ ਹਾਂ। ਫੁਨ ਕਰਤ,
ਇਹ ਚੀਜ਼ਾਂ ਮੈਂ ਬਾਰ-ਬਾਰ ਕਰਦਾ, ਮੁੜ-ਮੁੜ ਕੇ ਕਰਦਾ। ਮੈਨੂੰ ਕਿੰਨੀ ਵੀ ਸਮਝ ਪੈਂਦੀ ਹੈ, ਮੈਂ ਸੰਗਤ ਵਿੱਚ ਆਉਣਾ, ਮੈਨੂੰ ਸਮਝ ਪੈਂਦੀ ਹੈ ਕਿ ਆਹ ਚੀਜ਼ਾਂ ਨਹੀਂ ਕਰਨੀਆਂ। ਇੱਥੋਂ ਸੁਣ ਕੇ ਜਾਣਾ, ਸਿੱਖ ਕੇ ਜਾਣਾ, ਲੇਕਿਨ ਮੈਂ ਫਿਰ ਕਰਦਾ। ਪੁੰਨ ਕਰਤ ਦਾ ਮਤਲਬ ਇਹ ਆ ਕਿ ਮੈਂ ਮੁੜ-ਮੁੜ ਕੇ ਉਹੀ ਚੀਜ਼ਾਂ ਦੁਹਰਾਉਂਦਾ ਰਹਿਣਾ। ਇੱਥੋਂ ਸੁਣ ਕੇ ਜਾਣਾ, ਅੰਮ੍ਰਿਤ ਵੇਲੇ ਉੱਠਣਾ ਹੈ, ਅੰਮ੍ਰਿਤ ਵੇਲਾ ਆਉਂਦਾ ਹੈ ਤੇ ਰਜਾਈ ਖਿੱਚ ਕੇ ਹੋਰ ਉੱਤੇ ਲੈ ਲੈਣਾ। ਦਿਨ ਚੜ੍ਹੇ ਉੱਠਿਆ ਜਾਏ, ਫਿਰ ਕੀ ਹੋ ਚੱਲਿਆ? ਇਸ ਤਰ੍ਹਾਂ ਸੋਚਦਾ ਹਾਂ। ਇਸ ਲਈ ਮੈਂ ਮਹਾਮੂਰਖ ਹਾਂ। ਤੇਰੀ ਗੱਲ ਸੁਣ ਕੇ ਵੀ ਪੱਲੇ ਨਹੀਂ ਬਣਦਾ। 24 ਘੰਟੇ ਲੋਭ ਲਾਲਚ ਵਿੱਚ ਮੇਰੇ ਗੁਜ਼ਰਦੇ ਨੇ। ਉਹ ਵੀ ਮੇਰਾ ਹੋ ਜਾਏ, ਆ ਵੀ ਮੇਰਾ ਹੋ ਜਾਏ। ਕਿਤੇ ਰੱਜ ਨਹੀਂ ਆਉਂਦਾ, ਕਿਤੇ ਅੰਦਰ ਤ੍ਰਿਪਤ ਨਹੀਂ ਹੁੰਦਾ। ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਲਾਲਸਾ ਵੱਧਦੀ ਜਾਂਦੀ ਹੈ। ਪੁੰਨ ਕਰਤ ਪਾਪ, ਇਹ ਪਾਪ ਨੇ ਜੀ, ਪਾਪ ਹੋਰ ਕੋਈ ਨਹੀਂ ਹੁੰਦਾ। ਇਹੋ ਹੀ ਪਾਪ ਨੇ ਆਚਰਨ ਤੋਂ ਡਿੱਗ ਪੈਣਾ, ਮੂਰਖਾਂ ਵਾਲੇ ਕਰਮ ਕਰਨੇ, ਲੋਭ ਲਾਲਚ ਵਿੱਚ ਜ਼ਿੰਦਗੀ ਆਪਣੀ ਬਿਤਾ ਲੈਣੀ। ਪੁੰਨ ਕਰਤ ਪਾਪ ਅਬ ਹਾਰਾ। ਇਹੋ ਹੀ ਚੀਜ਼ਾਂ ਦੁਹਰਾਉਂਦਿਆਂ ਹੁਣ ਮੈਂ ਜੀ ਥੱਕ ਗਿਆ ਹਾਂ। ਹੁਣ ਮੇਰੇ ਕਰਮ ਇੰਦਰੇ, ਮੇਰੇ ਗਿਆਨ ਇੰਦਰੇ ਜਵਾਬ ਦੇ ਗਏ ਨੇ। ਭੈ ਮਰਬੇ ਕੋ ਬਿਸਰਤ ਨਾ ਹਨ। ਹੁਣ ਮਰਨ ਦਾ ਡਰ ਜਿਹੜਾ ਉਹ ਵਿਸਰਦਾ ਹੀ ਨਹੀਂ, ਹਰ ਵਕਤ ਬਣਿਆ ਰਹਿੰਦਾ ਹੈ ਕਿ ਜ਼ਿੰਦਗੀ 'ਚ ਮੈਂ ਕੀਤਾ ਕੀ ਹੈ। ਇੰਨੇ ਮਾੜੇ, ਇੰਨੇ ਘਟੀਆ ਕਰਮ ਮੈਂ ਕੀਤੇ। ਭਾਵੇਂ ਜੀ ਅਸੀਂ ਸਾਰੇ ਸੋਹਣੇ ਸੋਹਣੇ ਕੱਪੜੇ ਲੀੜੇ ਪਾ ਕੇ, ਸੋਹਣੀਆਂ ਦਸਤਾਰਾਂ ਸਜਾ ਕੇ ਸੋਹਣੇ ਲੱਗਦੇ ਹਾਂ, ਪਰ ਅੰਦਰ ਵੇਖਣਾ ਉੱਥੇ ਆ, ਅੰਦਰ ਕੀ ਚੱਲ ਰਿਹਾ ਹੈ। ਕੀ ਅਸੀਂ ਆਚਰਨਹੀਣ ਤੇ ਨਹੀਂ ਹੁੰਦੇ ਆਪਣੇ ਅੰਦਰੋਂ? ਕਿ ਸਾਡੇ ਅੰਦਰ ਕਿਸੇ ਨੂੰ ਵੇਖ ਕੇ ਲੋਭ ਤੇ ਨਹੀਂ ਪੈਦਾ ਹੋ ਰਿਹਾ? ਕਿ ਕਿਸੇ ਨੂੰ ਵੇਖ ਕੇ ਸਾਡੇ ਅੰਦਰ ਵਿਕਾਰ ਤੇ ਨਹੀਂ ਉੱਠ ਰਹੇ? ਜੇ ਉਹ ਸਭ ਕੁਝ ਹੋ ਰਿਹਾ ਹੈ ਤੇ ਫਿਰ ਸਾਡਾ ਬਾਹਰਲਾ ਸੁਪਨ ਐਵੇਂ ਹੀ ਹੈ। ਇਹਦੇ ਕੁਛ ਵੀ ਮਾਇਨੇ ਨਹੀਂ ਹਨ। ਅੰਦਰੋਂ ਤਬਦੀਲ ਹੋਣਾ ਹੈ, ਮਨੁੱਖ ਨੇ ਅੰਦਰੋਂ ਬਦਲਣਾ ਹੈ। ਭੈ ਮਰਬੇ ਕੋ ਬਿਸਰਤ ਨਾਹਿਨ। ਹੁਣ ਹੈ ਪਰਮਾਤਮਾ, ਮਰਨ ਦਾ ਡਰ ਤੇ ਕਿਸੇ ਵੇਲੇ ਵੀ ਨਹੀਂ ਵਿਸਰਦਾ ਕਿ ਮੈਂ ਕੀਤਾ ਕੀ ਜ਼ਿੰਦਗੀ 'ਚ। ਜਿਸ ਕੰਮ ਲਈ, ਜਿਸ ਮਨੋਰਥ ਲਈ ਮੈਨੂੰ ਜੀਵਨ ਮਿਲਿਆ ਸੀ, ਉਹ ਤੇ ਮੈਂ ਕੀਤਾ ਹੀ ਨਾ। ਤੇ ਚਿੰਤਾ ਤਨ ਜਾਰਾ। ਇਸ ਫਿਕਰ ਨੇ, ਇਸ ਮੌਤ ਦੇ ਡਰ ਨੇ, ਮਾਨੋ ਮੇਰਾ, ਇਸ ਚਿੰਤਾ ਨੇ ਮਾਨੋ ਮੇਰਾ ਸਰੀਰ ਹੀ ਸਾੜ ਸੁੱਟਿਆ। ਆਪਾਂ ਕਦੀ ਵੇਖੀਏ ਆਪਣੇ ਅੰਦਰ ਝਾਤੀ ਮਾਰ ਕੇ ਕਿ ਕਦੀ ਇਹ ਚਿੰਤਾ ਸਾਡੇ ਅੰਦਰ ਪੈਦਾ ਹੋਈ ਹੈ ਕਿ ਮੇਰਾ ਕੀ ਬਣੇਗਾ, ਮੈਂ ਕਰ ਕੀ ਰਿਹਾ ਜ਼ਿੰਦਗੀ ਵਿੱਚ? ਕਦੀ ਡਰ ਆਇਆ ਜਮਾਂ ਦਾ? ਨਹੀਂ, ਮੈਨੂੰ ਤੇ ਨਹੀਂ ਆਇਆ, ਕਿਉਂਕਿ ਅਜੇ ਮੌਤ ਦਾ ਚੇਤਾ ਹੀ ਨਹੀਂ, ਉਹਦਾ ਚੇਤਾ ਬਣਦਾ ਹੀ ਨਹੀਂ। ਇੰਨੇ ਪਦਾਰਥ ਨੇ, ਇੰਨਾ ਖਾਣ ਪੀਣ ਲਈ, ਇੰਨਾ ਪਹਿਨਣ ਲਈ, ਇੰਨੇ ਸੁਆਦੀ ਚੀਜ਼ਾਂ ਮਾਣਨ ਲਈ। ਟੀਵੀ ਚਲਾ ਲਓ, ਉਦੋਂ ਹਟਿਆ, YouTube ਲਗਾ ਲਓ, ਉਹ ਤੋਂ ਹਟਿਆ, ਅਖਬਾਰ ਫੜ ਲਓ। ਕਰ ਕੀ ਰਹੇ ਆਪਾਂ? ਤੇ ਚਿੰਤਾ ਤਨ ਜਾਰਾ। ਇਸ ਚਿੰਤਾ ਨੇ, ਇਸ ਫਿਕਰ ਨੇ ਮਾਨੋ ਮੇਰਾ ਸਰੀਰ ਹੀ ਸਾੜ ਸੁੱਟਿਆ। ਕੀਏ ਉਪਾਵ ਮੁਕਤ ਕੇ ਕਾਰਨ। ਫਿਰ ਮੈਂ ਸੰਗਤ ਵਿੱਚ ਆਇਆ ਦੁਖੀ ਹਿਰਦੇ ਨਾਲ। ਉੱਥੋਂ ਆ ਕੇ ਕਈ ਗੱਲਾਂ ਸੁਣੀਆਂ, ਕਈ ਪਤਾ ਲੱਗਾ। ਫਿਰ ਮੈਂ ਮੁਕਤੀ ਵਾਸਤੇ ਉਪਾਅ ਕਰਨੇ ਸ਼ੁਰੂ ਕੀਤੇ, ਢੰਗ ਤਰੀਕੇ। ਤੇ ਜਿਹੜੇ ਢੰਗ ਤਰੀਕੇ ਅਸੀਂ ਦਹਿ ਦਿਸ ਕੋਠ ਤਾਇਆ, ਉਹ ਆਹ ਤਰੀਕੇ ਸਨ। ਅੰਦਰ ਫਿਰ ਵੀ ਨਾ ਗਿਆ। ਜਾਣਾ ਤੇ ਅੰਦਰ ਸੀ, ਉਹਦਾ ਦਰਸ਼ਨ ਤੇ ਅੰਦਰੋਂ ਹੋਣਾ ਸੀ। ਮੈਂ ਮੁਕਤੀ ਵੀ ਬਾਹਰ ਲੱਭਦਾ ਰਿਹਾ, ਮੈਂ ਰੱਬ ਦੇ ਦਰਸ਼ਨ ਵੀ ਬਾਹਰ ਹੀ ਲੱਭਦਾ ਰਿਹਾ। ਦਹਿ ਦਿਸ ਕੋਠ ਤਾਇਆ, ਜਿਵੇਂ ਕਿਸੇ ਨੇ ਆਖਿਆ ਉੱਥੇ ਪਹਾੜਾਂ ਵਿੱਚ ਬੜੇ ਰਿਸ਼ੀ ਮੁਨੀ ਰਹਿੰਦੇ ਨੇ, ਉੱਥੇ ਚਲਾ ਜਾਓ, ਤੈਨੂੰ ਸਮਾਧੀ ਸਿਖਾ ਦੇਣਗੇ, ਤੈਨੂੰ ਮੁਕਤੀ ਮਿਲ ਜਾਏਗੀ। ਅਸਲ ਵਿੱਚ ਜੀ ਗੁਰਮਤਿ ਜਿਹੜੀ ਉਹ ਕਹਿੰਦੀ ਹੈ ਤੈਨੂੰ ਮੁਕਤੀ ਲੱਭਣ ਦੀ ਜ਼ਰੂਰਤ ਨਹੀਂ, ਤੈਨੂੰ ਮੁਕਤ ਹੋਣ ਦੀ ਵੀ ਲੋੜ ਨਹੀਂ। ਤੂੰ ਪਹਿਲਾਂ ਆਪਣੇ ਬੰਧਨ ਤੇ ਸਮਝ,
ਤੂੰ ਤੇ ਆਪਣੇ ਬੰਧਨ ਹੀ ਨਹੀਂ ਸਮਝ ਪਾ ਰਿਹਾ ਤੇ ਮੁਕਤ ਕਿਹਦੇ ਤੋਂ ਹੋਏਗਾ। ਹੱਥ ਘੜੀ ਤੇ ਮੇਰੇ ਹੱਥ ਨੂੰ ਲੱਗੀ ਏ, ਉਹਨੂੰ ਮੈਂ ਪਹਿਚਾਣ ਹੀ ਨਹੀਂ ਰਿਹਾ ਤੇ ਮੈਂ ਉਹ ਹੱਥ ਘੜੀ 'ਚ ਵੱਜਾ ਹੋਇਆ ਲੱਭਦਾ ਫਿਰਦਾ, ਮੁਕਤੀ ਮੈਨੂੰ ਕਿਤੋਂ ਮਿਲੇਗੀ। ਜਿਹੜੀ ਹੱਥ ਨੂੰ ਹੱਥ ਘੜੀ ਪਈ ਉਹ ਖੁਲਵਾ, ਉਹਦਾ ਪਹਿਲਾਂ ਤੈਨੂੰ ਗਿਆਨ ਹੋਵੇ, ਉਹ ਤਾਂ ਸਮਝ ਨਹੀਂ। ਕੀਏ ਉਪਾਅ ਮੁਕਤ ਕੇ ਕਾਰਨ, ਮੈਂ ਯੋਗਾ ਕਰਨਾ ਸ਼ੁਰੂ ਕਰ ਲਿਆ, ਮੈਂ ਹੋਰ ਸਵਾਸਾਂ ਦੀ ਕਿਰਿਆਵਾਂ ਕਰਨੀਆਂ ਸ਼ੁਰੂ ਕਰ ਲਈਆਂ। ਉਹ ਚੰਗੀਆਂ ਨੇ, ਸਰੀਰ ਦੀ ਤੰਦਰੁਸਤੀ ਲਈ ਸਭ ਕੁਝ ਚੰਗਾ ਹੈ, ਕੁਛ ਮਾੜਾ ਨਹੀਂ। ਲੇਕਿਨ ਗੱਲ ਗੁਰੂ ਜੀ ਮੁਕਤੀ ਦੀ ਕਰ ਰਹੇ ਨੇ। ਸਗੋਂ ਮੈਨੂੰ ਲੱਗਦਾ ਇਹ ਵੀ ਤੇ ਇੱਕ ਬੰਧਨ ਅਸੀਂ ਗੱਲ 'ਚ ਪਵਾ ਲੈਂਦੇ ਹਾਂ। ਇਹ ਵੀ ਤੇ ਬੰਧਨ ਹੀ ਪੈ ਗਿਆ ਨਾ, ਇੰਨੇ ਵਜੇ ਉੱਠਣਾ ਹੈ ਤੇ ਇੰਨਾ ਕੁਛ ਆ ਕਰਨਾ ਹੈ, ਤੇ ਬੰਧਨ ਹੀ ਹੋ ਗਿਆ ਨਾ ਇਹ ਵੀ ਇੱਕ। ਇਸ ਬੰਧਨ ਤੋਂ ਵੀ ਆਜ਼ਾਦ ਹੋਣਾ ਹੈ। ਭਾਵੇਂ ਜਿਹੜਾ ਅਧਿਆਤਮਵਾਦ ਹੈ ਜੀ ਸ਼ੁਰੂ ਕਿਸੇ ਬੰਧਨ ਤੋਂ ਹੁੰਦਾ ਹੈ, ਲੇਕਿਨ ਮੁਕਤੀ ਉੱਥੇ ਜਾ ਕੇ ਮਿਲਦੀ ਜਿੱਥੇ ਬੰਧਨ ਸਾਰੇ ਟੁੱਟ ਜਾਂਦੇ ਨੇ। ਕੁਛ ਕਰਨਾ, ਕੁਛ ਧਰਨਾ, ਬਾਕੀ ਰਹਿ ਹੀ ਨਹੀਂ ਜਾਂਦਾ। ਉਸੇ ਨੂੰ ਤੇ ਸਮਾਧਾਨ ਕਹਿੰਦੇ ਨੇ, ਜਿਹਨੂੰ ਆਪਾਂ ਸੰਖੇਪ ਵਿੱਚ ਸਮਾਧੀ ਕਹਿੰਦੇ ਹਾਂ। ਜਦੋਂ ਹਰ ਚੀਜ਼ ਦਾ ਸਮਾਧਾਨ ਹੋ ਗਿਆ, ਸਮਾਧੀ ਹੋ ਗਈ। ਆਪਾਂ ਆਪਣੇ ਅੰਦਰ ਵੇਖੀਏ ਨਾ ਝਾਤੀ ਮਾਰ ਕੇ ਕਿ ਸਮਾਧਾਨ ਹੋਇਆ ਕਿਸੇ ਵੀ ਗੱਲ ਦਾ। ਅਜੇ ਤਾਂ ਸਾਰੀਆਂ ਉੱਥੇ ਖਲੋਤੀਆਂ ਨੇ। ਮੈਂ ਅਜੇ ਇਹੀ ਸੋਚੀ ਜਾਂਦਾ ਇੰਨੀਆਂ ਮਾਲਾ ਮੈਂ ਰੋਜ਼ ਕਰਿਆ ਕਰਨੀਆਂ ਨੇ, ਅਜੇ ਇਹੋ ਹੀ ਸੋਚੀ ਜਾਂਦਾ ਮੈਂ ਇੰਨੇ ਪਾਠ ਰੋਜ਼ ਕਰਿਆ ਕਰਨੇ ਨੇ, ਅਜੇ ਇਹੋ ਹੀ ਸੋਚ ਬਣੀ ਹੈ ਇੰਨੇ ਵਜੇ ਉੱਠ ਕੇ ਗੁਰਦੁਆਰੇ ਜਾਣਾ, ਇੰਨੇ ਵਜੇ ਮੈਂ ਸੇਵਾ ਕਰਨ ਜਾਣਾ ਹੈ। ਇਹ ਸਾਰੇ ਬੰਧਨ ਹੀ ਤੇ ਹਨ। ਇਹਨਾਂ ਬੰਧਨਾਂ ਨੂੰ ਕਰਨ ਲਈ, ਮੁਕਤੀ ਦੀ ਪ੍ਰਾਪਤੀ ਲਈ ਸਗੋਂ ਇਹਨਾਂ ਹੋਰ ਬੰਧਨਾਂ ਵਿੱਚ ਫਸ ਗਿਆ। ਘਟ ਹੀ ਭੀਤਰ ਬਸੈ ਨਿਰੰਜਨ, ਤਾਕੋ ਮਰਮ ਨਾ ਪਾਇਆ। ਜਿਹੜਾ ਅੰਦਰ ਵਸਦਾ ਸੀ ਉਹਦੇ ਭੇਦ ਨੂੰ ਜਾਣਿਆ ਹੀ ਨਾ। ਮਰਮ ਮੈਨੇ ਜੀ ਭੇਦ ਹੁੰਦਾ ਹੈ, ਉਹਦੇ ਭੇਦ ਨੂੰ ਜਾਣਿਆ ਹੀ ਨਾ। ਜਿਹੜਾ ਅੰਦਰ ਵਸਦਾ ਸੀ, ਮਾਇਆ ਦੇ ਪ੍ਰਭਾਵ ਤੋਂ ਰਹਿਤ ਸੀ, ਕਾਲ ਤੋਂ ਰਹਿਤ ਸੀ, ਅਕਾਲ ਸੀ, ਉਹਦੇ ਨਾਲ ਜੁੜਨਾ ਸੀ। ਤੇ ਮੈਂ ਇਹ ਸਾਰੀ ਕਿਰਿਆ ਬਾਹਰ ਮੁਖੀ ਕਰਦਾ ਰਿਹਾ ਔਰ ਸਾਰੀ ਜ਼ਿੰਦਗੀ ਕਰਦਾ ਰਿਹਾ, ਗੱਲ ਕੁਝ ਵੀ ਨਾ ਬਣੀ। ਅਖੀਰ ਤੇ ਗੁਰੂ ਮਹਾਰਾਜ ਜੀ ਨੇ ਆਖਿਆ, ਨਾਹਿਨ ਗੁਣ ਨਾਹਿਨ ਕਿਛ ਜਪ ਤਪ, ਕੌਣ ਕਰਮ ਅਬ ਕੀਜੈ। ਸਾਰਾ ਜੀਵਨ ਮੇਰੀ ਜ਼ਿੰਦਗੀ ਵਿੱਚ ਕੋਈ ਗੁਣ ਨਾ ਆ ਸਕਿਆ, ਮੈਂ ਕੋਈ ਜਪ ਤਪ ਦੀ ਸਾਧਨਾ ਨਾ ਕਰ ਸਕਿਆ। ਕੌਣ ਕਰਮ ਅਬ ਕੀਜੈ। ਹੁਣ ਮੈਂ ਕਿਹੜਾ ਇਹੋ ਜਿਹਾ ਕਰਮ ਕਰਾਂ ਜਿਸ ਦੇ ਕਰਨ ਨਾਲ ਮੈਨੂੰ ਜਮਾਂ ਦੀ ਚਿੰਤਾ ਜਿਹੜੀ ਖਾਈ ਜਾ ਰਹੀ ਏ ਉਹ ਮੇਰੀ ਬੰਦ ਖਲਾਸੀ ਕਰ ਦੇਵੇ। ਇਹੋ ਹੀ ਹੈ ਜੀ ਮੁਕਤੀ। ਜਮਾਂ ਦੇ ਡਰ ਤੋਂ ਵੀ ਮੁਕਤ ਹੋਣਾ ਹੈ, ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਹੈ, ਇਸ ਮੋਹ ਮਮਤਾ ਦੇ ਵਿੱਚ ਰਹਿੰਦਿਆਂ ਇਹਦੇ ਤੋਂ ਮੁਕਤ ਹੋਣਾ ਹੈ। ਜਿੰਨਾ ਚਿਰ ਇਹ ਸਭ ਕੁਝ ਨਾ ਹੋਇਆ, ਉਹਨਾਂ ਚਿਰ ਅਸੀਂ ਜੋ ਵੀ ਕਰਦੇ ਹਾਂ ਉਹ ਸਭ ਕੁਝ ਹੀ ਬੰਧਨ ਹੈ। ਈਵਨ ਗੁਰੂ ਜੀ ਨੇ ਆਖਿਆ ਧਰਮ ਕਰਮ ਵੀ ਬੰਧਨ ਹੀ ਹਨ। ਇਹਨਾਂ ਸਾਰਿਆਂ ਬੰਧਨਾਂ ਤੋਂ ਆਜ਼ਾਦ ਹੋਣਾ। ਹੁਣ ਕਿਹੜਾ ਕਰਮ ਕਰੀਏ? ਨਾਨਕ ਹਾਰ ਭਰਿਓ ਸ਼ਰਨਾਗਤ, ਆਏ ਜੀ ਕਰਮ ਸਾਡੇ ਕਰਨ ਵਾਲਾ। ਉਸ ਮਾਲਕ ਦੀ ਸ਼ਰਨ ਵਿੱਚ ਆ ਜਾਈਏ, ਗੁਰਦੁਆਰੇ ਨਹੀਂ, ਉਹਦੀ ਸ਼ਰਨ ਵਿੱਚ। ਆ ਤੇ ਸਾਡਾ ਸਤਸੰਗ ਘਰ ਹੈ ਸਿਰਫ, ਇਹਦਾ ਹੋਰ ਕੋਈ ਮਕਸਦ ਨਹੀਂ, ਕੋਈ ਮਤਲਬ ਨਹੀਂ। ਇਹ ਸਾਡੀ ਗੁਰਮਤਿ ਦੀ ਕਲਾਸ ਹੈ। ਉਹਦੀ ਸ਼ਰਨ ਵਿੱਚ ਜਾਣਾ, ਇਸ ਕਲਾਸ ਵਿੱਚੋਂ ਕੁਝ ਸਿੱਖ ਕੇ ਕਿ ਉਹਦੀ ਸ਼ਰਨ ਕਿੱਥੇ ਆ। ਉਹਦੀ ਸ਼ਰਨ ਸਾਨੂੰ ਫਿਜ਼ੀਕਲੀ ਕਿਤੇ ਨਹੀਂ ਲੱਭਣੀ। ਆਤਮ ਸਮਰਪਣ ਦੀ ਭਾਵਨਾ ਉਹਦੀ ਸ਼ਰਨ ਵਿੱਚ ਜਾਣਾ ਹੁੰਦਾ ਹੈ। ਸਾਡੇ ਅੰਦਰ ਉਹ ਭਾਵਨਾ ਪੈਦਾ ਹੋ ਜੇ, ਆਪਣਾ ਆਪਾ ਅਸੀਂ ਪ੍ਰਭੂ ਦੇ ਸਮਰਪਿਤ ਕਰ ਦਈਏ। ਹਉਮੈ ਮਿਟ ਜਾਏ, ਬੰਧਨ ਟੁੱਟ ਜਾਣੇ ਹਉਮੈ ਦੇ। ਤੇ ਉਹਨੂੰ ਜਦੋਂ ਅਸੀਂ ਸਮਰਪਣ ਹੋ ਗਏ, ਅਭੈ ਦਾਨ ਪ੍ਰਭ ਦੀਜੈ। ਫਿਰ ਇਹ ਸਾਡੀ ਮੰਗ ਹੈ, ਵਾਹਿਗੁਰੂ ਜੀ ਸਾਡੇ ਤੇ ਰਹਿਮਤ ਕਰੋ, ਸਾਨੂੰ
ਅਭੈ ਦਾਨ ਡਰ ਰਹਿਤ ਸਾਡਾ ਜੀਵਨ ਬਣ ਜਾਏ। ਜਿਹੜਾ ਜਨਮ ਮਰਨ ਦਾ ਡਰ ਬਣਿਆ, ਜਿਹੜਾ ਮੇਰੀ ਇੱਜ਼ਤ ਬਚੀ ਰਹਿ ਜੇ ਇਹ ਡਰ ਬਣਿਆ, ਮੇਰਾ ਧਨ ਪਦਾਰਥ ਬਣਿਆ ਬਣਾਇਆ ਮੇਰੇ ਕੋਲ ਰਹਿ ਜੇ ਇਹ ਵੀ ਡਰ ਬਣਿਆ, ਕਿਤੇ ਚਲਾ ਨਾ ਜਾਏ ਮੇਰੇ ਹੱਥੋਂ ਕੁਝ। ਇਹ ਡਰ ਕਦੋਂ ਖਤਮ ਹੋਣਾ ਹੈ? ਜਦੋਂ ਉਹਦੀ ਸ਼ਰਨ ਵਿੱਚ ਪੈ ਕੇ ਉਹਦੇ ਕੋਲੋਂ ਆਪਾਂ ਅਭੈਤਾ ਦਾ ਦਾਨ ਮੰਗਿਆ। ਉਹ ਪਰਮਾਤਮਾ ਜੀ ਨਿਰਭਉ ਹੈ, ਉਹਨੂੰ ਕਿਸੇ ਦਾ ਕੋਈ ਡਰ ਖੌਫ ਨਹੀਂ। ਆਪਾਂ ਉਹਦੀ ਸ਼ਰਨ ਵਿੱਚ ਜਾ ਕੇ ਜੈਸਾ ਸੇਵੈ ਤੈਸੋ ਹੋਵੈ, ਜਿਸ ਤਰ੍ਹਾਂ ਦੇ ਨੂੰ ਅਸੀਂ ਯਾਦ ਕਰਾਂਗੇ ਅਸੀਂ ਉਸ ਤਰ੍ਹਾਂ ਦੇ ਹੋ ਜਾਵਾਂਗੇ। ਜੇ ਅਸੀਂ ਨਿਰਭਉ ਵਾਹਿਗੁਰੂ ਨੂੰ ਯਾਦ ਕਰਾਂਗੇ, ਉਹਦੀ ਯਾਦ ਵਿੱਚ ਜੁੜਿਆਂ ਜੁੜਿਆਂ ਨਿਰਭੈਤਾ ਹਾਸਲ ਹੋ ਜਾਏਗੀ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਸਾਨੂੰ ਦੋ ਚੀਜ਼ਾਂ ਸਮਝਾਈਆਂ, ਅਰਦਾਸ ਕਰਨੀ ਤੇ ਕਰਮ ਚੰਗੇ ਕਰਨੇ। ਅਰਦਾਸ ਇਹ ਕਰਨੀ, ਹਰਿ ਜੂ ਰਾਖ ਲਿਹੋ ਪਤ ਮੇਰੀ, ਅਭੈ ਦਾਨ ਪ੍ਰਭ ਦੀਜੈ। ਇਹ ਉਹਦੇ ਅੱਗੇ ਅਰਦਾਸ ਕਰਨੀ ਤੇ ਮਾੜੇ ਕਰਮਾਂ ਤੋਂ ਬਚ ਕੇ ਰਹਿਣਾ, ਸੇਵਾ ਵਿੱਚ ਸਿਮਰਨ ਵਿੱਚ ਆਪਣੇ ਮਨ ਨੂੰ ਲਗਾ ਕੇ ਰੱਖਣਾ। ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਅਭੈਤਾ ਦਾ ਦਾਨ ਪਰਮਾਤਮਾ ਪਾਸੋਂ ਮਿਲ ਜਾਏਗਾ, ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਜਾਏਗਾ। ਆਪ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਅੱਜ ਦੀ ਇਸ ਵਿਚਾਰ ਨੂੰ ਸੁਣਿਆ। ਆਸ ਰੱਖਦਾ ਆਪਾਂ ਸਾਰੇ ਇਸ ਨੂੰ ਮਨ ਵਿੱਚ ਵਸਾਵਾਂਗੇ, ਆਪਣੀ ਜ਼ਿੰਦਗੀ ਵਿੱਚ ਸਥਾਨ ਦਿਆਂਗੇ ਇਸ ਨੂੰ, ਤਾਂ ਜੋ ਅਸੀਂ ਗੁਰੂ ਕੀ ਬਾਣੀ, ਗੁਰੂ ਕੇ ਵਿਚਾਰ ਨੂੰ ਸੁਣ ਕੇ ਇਹਦੇ ਤੋਂ ਕੁਝ ਲਾਭ ਉਠਾ ਸਕੀਏ। ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।